ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਅੱਜ ਅਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੀਐਮਸੀ ਹਸਪੀਟਲ ਦੀਆਂ ਨੇ, ਜਿੱਥੇ ਕੋਵਿਡ ਦੀ ਵੈਕਸੀਨ ਆ ਚੁੱਕੀ ਹੈ, ਉਹਦਾ ਟ੍ਰਾਇਲ ਚੱਲ ਰਿਹਾ ਹੈ। ਕੱਲ੍ਹ ਤੋਂ ਲੱਗਣੀ ਵੀ ਸ਼ੁਰੂ ਹੋ ਜਾਏਗੀ, ਜਿਹੜੀ ਸਟਾਫ ਨੂੰ ਲੱਗ ਰਹੀ ਆ, ਔਰ ਕਿਵੇਂ ਉਹਦੇ ਵਿੱਚ ਪ੍ਰੀਕਾਸ਼ਨਸ ਵਰਤੇ ਜਾ ਰਹੇ ਨੇ, ਕਿਵੇਂ ਲੱਗ ਰਹੀ ਆ, ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। ਉਸ ਸੰਬੰਧ ਦੇ ਵਿੱਚ ਅਸੀਂ ਡਾਕਟਰਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਵੈਕਸੀਨ ਵਾਸਤੇ ਕੋਈ ਵੀ ਪੇਸ਼ੈਂਟ ਜਿਹੜੇ ਮੌਜੂਦਾ ਸਟਾਫ ਆਏਗਾ ਇੱਥੇ, ਉਹ ਜਿਹੜਾ ਸਟਾਫ ਦੇ ਉੱਤੇ ਟ੍ਰਾਇਲ ਹੋ ਰਿਹਾ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਫਸਟ ਟਾਈਮ ਜਦੋਂ ਕੋਈ ਵੀ ਪਰਸਨ ਐਂਟਰ ਹੋਏਗਾ, ਕੋਈ ਵੀ ਪੇਸ਼ੈਂਟ ਐਂਟਰ ਹੋਏਗਾ, ਸਭ ਤੋਂ ਪਹਿਲਾਂ ਇੱਥੇ ਇੱਕ ਪਹੁੰਚਿਆ ਜਾਊਗਾ, ਉਹਦੇ OTP ਆਊਗੀ। ਲਾਈਨ ਬਕਾਇਦਾ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਜਾਊਗੀ। ਉਸ ਹਿਸਾਬ ਦੇ ਨਾਲ ਜਿਹੜੀ ਲਾਈਨ ਪੂਰੀ ਲਗਾ ਕੇ ਇੱਥੇ ਇੱਕ OTP ਆਊਗਾ। ਸਿਕਿਉਰਿਟੀ ਗਾਰਡ OTP ਚੈੱਕ ਕਰੇਗਾ। OTP ਚੈੱਕ ਕਰਨ ਤੋਂ ਬਾਅਦ ਐਂਟਰੀ ਹੋਏਗੀ। ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਇੱਧਰ ਜਾ ਕੇ ਹੈਂਡ ਵਾਸ਼ ਕੀਤਾ ਜਾਊਗਾ। ਹੈਂਡ ਵਾਸ਼ ਤੋਂ ਬਾਅਦ ਇੱਧਰ ਵੇਟਿੰਗ ਏਰੀਆ ਬਣਾਇਆ ਹੋਇਆ ਹੈ। ਵੇਟਿੰਗ ਦੇ ਵਿੱਚ ਚੇਅਰਾਂ ਰੱਖੀਆਂ ਗਈਆਂ ਨੇ, ਪੂਰੇ ਸੋਸ਼ਲ ਡਿਸਟੈਂਸ ਦੇ ਹਿਸਾਬ ਦੇ ਨਾਲ ਉਹਨਾਂ ਦੀ ਵੇਟਿੰਗ ਦੇ ਵਿੱਚ ਇੱਥੇ ਭੇਜਿਆ ਜਾਊਗਾ ਉਹਨਾਂ ਨੂੰ। ਇਸ ਏਰੀਆ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਮੈਡਮ ਸਾਨੂੰ ਦੱਸੋਗੇ ਇਸ ਟਾਈਮ ਕਿਹੜੀ ਵੈਕਸੀਨ ਆਪਣੇ ਕੋਲ ਆਈ ਹੋਈ ਆ ਔਰ ਕਿਹੜੀ ਕੰਪਨੀ ਦੀ? ਆਪਣੇ ਕੋਲ ਹਜੇ ਕੋਵਿਸ਼ੀਲਡ ਆਈ ਹੋਈ ਹੈ, ਲੇਕਿਨ ਸਿਵਲ ਹਸਪੀਟਲ 'ਚ ਸਾਨੂੰ ਸਵੇਰੇ ਉਹ ਦਿੱਤੀ ਜਾਊਗੀ। ਹਜੇ ਸਾਡੇ ਕੋਲ ਨਹੀਂ ਪਹੁੰਚੀ ਹੈ। ਸਵੇਰੇ 10 ਵਜੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇਨੋਗ੍ਰੇਸ਼ਨ ਕਰਨਾ, ਲਾਂਚ ਕਰਨਾ। ਉਸ ਤੋਂ ਬਾਅਦ 10:30 ਤੋਂ 11 ਵਜੇ ਤੱਕ ਆਪਣੇ ਇੱਥੇ ਸਟੇਟ 'ਚ ਲਾਂਚ ਹੋਣਾ। ਉਸ ਤੋਂ ਬਾਅਦ ਫਿਰ ਸਾਨੂੰ ਦਿੱਤੀ ਜਾਊਗੀ। ਕਿਹੜੀ ਕੰਡੀਸ਼ਨ ਦੇ ਵਿੱਚ ਮਤਲਬ ਵੈਕਸੀਨ ਆਪਾਂ ਲਾ ਸਕਦੇ ਹਾਂ, ਕਿਹੜੀ ਕੰਡੀਸ਼ਨ ਦੇ ਵਿੱਚ ਨਹੀਂ ਲਾ ਸਕਦੇ? ਆਪਾਂ ਪ੍ਰੈਗਨੈਂਟ ਤੇ ਲੈਕਟੇਟਿੰਗ ਯਾਨੀ ਜਿਹੜੀ ਗਰਭਵਤੀ ਮਹਿਲਾਵਾਂ ਨੇ ਤੇ ਜਿਹੜੀਆਂ ਦੁੱਧ ਪਿਲਾਉਂਦੀਆਂ ਨੇ ਬੱਚਿਆਂ ਨੂੰ, ਉਹ ਮਾਵਾਂ ਨੂੰ ਨਹੀਂ ਲਗਾ ਸਕਦੇ। ਬਾਕੀ ਹਾਈਪਰਟੈਂਸ਼ਨ, ਡਾਇਬਟੀਜ਼ ਜਿਨ੍ਹਾਂ ਨੂੰ ਵੀ ਇਹ ਸਾਰਿਆਂ ਨੂੰ ਲਗਾ ਸਕਦੇ। ਇਹਦਾ ਕੋਈ ਨੁਕਸਾਨ ਮਤਲਬ ਕੋਈ ਨੁਕਸਾਨ ਤਾਂ ਇਹਦਾ ਕੋਈ ਨਹੀਂ ਹੈਗਾ। ਜਿਹੜੇ ਇਹਦੇ ਟਰਾਇਲਸ ਹੋਏ ਆ ਉਹਦੇ 'ਚ ਤਾਂ ਕੋਈ ਨੁਕਸਾਨ ਨਹੀਂ ਆਇਆ, ਬਟ ਫਿਰ ਵੀ ਅਸੀਂ ਤਿਆਰੀ ਕੀਤੀ ਹੋਈ ਆ। ਤੁਸੀਂ ਦੇਖੋਗੇ ਸਾਡੀ ਟਰੋਲੀਜ਼ ਵਗੈਰਾ ਤਿਆਰ ਨੇ। ਇਨ ਕੇਸ ਕੁਛ ਵੀ ਹੁੰਦਾ ਹੈ, ਸਾਡੀਆਂ ਟੀਮਸ ਬਣੀਆਂ ਹੋਈਆਂ ਇਹਦੀਆਂ ਇਹਦੇ ਵਾਸਤੇ ਕਿ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਨਾਲ ਦੀ ਨਾਲ ਉਹਨੂੰ ਦੇਖਣ ਲਈ ਤਿਆਰ ਹੈਗੇ ਹਾਂ। ਵੈਕਸੀਨ ਲੱਗਣ ਤੋਂ ਬਾਅਦ ਕਿੰਨੀ ਦੇਰ ਪੇਸ਼ੈਂਟ ਨੂੰ ਇੱਥੇ ਰੁਕਣਾ ਪਏਗਾ? 30 ਮਿੰਟ ਤੱਕ। ਉਹ ਸਾਡੇ ਵਾਸਤੇ ਇੱਥੇ ਆਬਜ਼ਰਵੇਸ਼ਨ ਰੂਮ ਬਣਿਆ ਹੋਇਆ ਹੈ। ਵੈਕਸੀਨੇਸ਼ਨ ਹੋਣ ਤੋਂ ਬਾਅਦ ਫਿਰ ਇੱਧਰ ਆ ਕੇ ਉਹ 30 ਮਿੰਟ ਤੱਕ ਅਸੀਂ ਉਹਨੂੰ ਵੇਖਾਂਗੇ। ਸਾਡੀ ਟੀਮ ਪੂਰੀ ਧਿਆਨ ਨਾਲ ਦੇਖੇਗੀ ਕਿ ਬੰਦਾ ਠੀਕ ਰਿਹਾ। 30 ਮਿੰਟ ਉਸ ਤੋਂ ਬਾਅਦ ਹੀ ਜਾਣ ਦੇਂਗੇ। ਮਤਲਬ ਕਿਹੜੀ ਪ੍ਰੋਬਲਮ ਹੋ ਸਕਦੀ ਹੈ? ਮਤਲਬ ਜਿੱਦਾਂ ਮਤਲਬ ਕਿ ਚੱਕਰ ਆ ਸਕਦੇ ਜਾਂ ਮਤਲਬ ਦਿਲ ਘਬਰਾ ਸਕਦਾ? ਦੇਖੋ ਵੈਕਸੀਨਸ ਦੇ ਮਾਈਨਰ ਤੋਂ ਕੁਝ ਵੀ, ਜਿਵੇਂ ਹੈਡੇਕ, ਫੀਵਰ, ਕੁਝ ਵੀ ਪ੍ਰੋਬਲਮਸ ਆ ਸਕਦੀਆਂ, ਬਟ ਅਸੀਂ ਸਾਰੇ ਹਰ ਉਸ ਪ੍ਰੋਬਲਮ ਵਾਸਤੇ ਵੀ ਤਿਆਰ ਹਾਂ ਜਿਹੜੀ ਕਿ ਵਰਸਟ ਤੋਂ ਵਰਸਟ ਵੀ ਹੋ ਸਕਦੀ ਹੈ, ਪਰ ਇਹਦੇ ਕੋਈ ਹੈ ਨਹੀਂ। ਟਰਾਇਲਸ 'ਚ ਕੋਈ ਨਹੀਂ ਆਇਆ ਜਾਂ ਜਿਵੇਂ ਕੱਲ ਵੈਕਸੀਨ ਲੱਗਣੀ ਆ, ਉਹ ਮਤਲਬ ਕਿਹੜੇ ਮਤਲਬ ਸਟਾਫ ਤੋਂ ਸ਼ੁਰੂ ਕੀਤੀ ਹੈ ਤੁਸੀਂ? ਹਾਂਜੀ, ਨਹੀਂ ਉਹ ਪਤਾ ਕਿ ਇੱਕ ਕੋਵਿਨ ਐਪ ਹੈ। ਕੋਵਿਨ ਐਪ ਦੇ ਵਿੱਚ ਅਸੀਂ ਇੱਥੋਂ ਸਾਰਿਆਂ ਦੇ ਸਟਾਫ ਦਾ ਭੇਜਤਾ ਹੋਇਆ ਕਿ ਕਿੰਨਾ ਸਾਡਾ ਸਟਾਫ ਹੈ। ਉਹ ਉੱਥੋਂ ਸਿਲੈਕਟ ਹੋ ਕੇ ਇੱਥੇ ਆਏਗਾ। ਹੁਣੇ ਸਟੇਟ ਨੇ ਇਹ ਡਿਸਾਈਡ ਕੀਤਾ ਹੈ ਕਿ ਜਿਹੜੇ ਲੋਕ ਜ਼ਿਆਦਾ ਕੰਟੈਕਟ 'ਚ ਰਹਿੰਦੇ ਨੇ, ਜਿਨ੍ਹਾਂ ਦਾ ਕੰਟੈਕਟ ਜ਼ਿਆਦਾ ਪੇਸ਼ੈਂਟਸ ਨਾਲ, ਉਹਨਾਂ ਨੂੰ ਪ੍ਰਾਇੋਰਿਟੀ 'ਤੇ ਲੱਗੂਗਾ। ਕਿਉਂਕਿ 30,000 ਡੋਜ਼ਸ ਆਈਆਂ। 30,000 ਡੋਜ਼ਸ 'ਚੋਂ ਅੱਧੀਆਂ ਫਸਟ ਡੋਜ਼ 'ਚ ਲੱਗ ਜਾਂਦੀਆਂ, ਅੱਧੀਆਂ ਸੈਕਿੰਡ ਡੋਜ਼ ਵੀ ਲਾਉਣੀ ਹੈ, ਅਤੇ ਫਿਰ ਉਹ ਪ੍ਰਾਇੋਰਿਟੀ ਵਾਈਜ਼ ਲੱਗੂਗਾ। ਹੈਲਥ ਵਰਕਰਸ ਨੂੰ ਪਹਿਲੇ ਲੱਗਣਾ ਅਤੇ ਡਾਕਟਰਸ ਜਿਹੜੇ ਹੈਲਥ ਵਰਕਰਸ ਹੀ ਹੋ ਗਏ। ਮੈਡਮ ਗੱਲ ਕੀਤੀ ਜਾਵੇ ਵੈਕਸੀਨ ਦੀ, ਇਹਦੀ ਜਿਹੜੀ ਕੋਵਿਡ ਦੇ ਨਾਲ ਜਿਨ੍ਹਾਂ ਨੂੰ ਆਲਰੇਡੀ ਕੋਵਿਡ ਹੋ ਚੁੱਕਾ ਸੀਗਾ, ਉਹਨਾਂ ਤੇ ਵੀ ਇਹ ਲੱਗੇਗੀ? ਹਾਂਜੀ, ਸਾਰਿਆਂ ਦੇ ਲੱਗੂਗੀ। ਕੋਵਿਡ ਹੋਣ ਤੋਂ 2 ਹਫ਼ਤੇ ਬਾਅਦ ਇਹ ਲੱਗ ਸਕਦੀ ਹੈ ਅਤੇ ਸੇਫ ਹੈ। ਬਾਕੀ ਸਾਨੂੰ ਕੋਈ ਹਜੇ ਇਹ ਕੋਈ ਰੈਗੂਲੇਸ਼ਨਸ ਨਹੀਂ ਆਈਆਂ ਕਿ ਟੈਸਟ ਕਰਾਉਣਾ ਹੈ ਜੀ, ਕੋਈ ਗੱਲ ਨਹੀਂ ਹੈਗੀ। ਹਾਂ, ਜਿਹਨੂੰ ਸਿੰਪਟਮਸ ਹੈਗੇ ਡੈਫੀਨੇਟਲੀ ਉਹਨੂੰ ਤਾਂ ਨਹੀਂ ਲਗਵਾਉਣਾ ਚਾਹੀਦਾ ਉਸ ਵੇਲੇ, ਠੀਕ ਹੈ ਨਾ। ਕੋਵਿਡ ਠੀਕ ਹੋਣ ਤੋਂ 2 ਹਫ਼ਤੇ ਬਾਅਦ ਹੀ ਲਗਵਾਉਣਾ ਚਾਹੀਦਾ। ਕੋਵਿਡ ਦੇ ਵਿੱਚ ਨਹੀਂ ਲੱਗੇਗਾ? ਜੇ ਮੰਨ ਲਓ ਕਿਸੇ ਨੂੰ ਕੋਈ ਪ੍ਰੋਬਲਮ ਆ, ਉਸ ਤੋਂ ਜਿਹੜਾ ਠੀਕ ਹੋਏਗਾ ਉਹਨੂੰ ਵੀ ਉਹੀ ਲਵਾ ਸਕਦੇ? ਹਾਂਜੀ। ਬਾਕੀ 2 ਡੋਜ਼ਸ ਲੱਗਣੀਆਂ, ਇੱਕ ਲੱਗੂਗੀ, ਫਿਰ 28 ਦਿਨ ਬਾਅਦ ਦੂਸਰੀ ਲੱਗੂਗੀ। ਉਸ ਤੋਂ 2 ਹਫ਼ਤੇ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਇੱਕ ਤਰ੍ਹਾਂ ਦੇ ਉਹਦੇ 'ਚ ਐਂਟੀਬੋਡੀਜ਼ ਬਣ ਗਏ ਨੇ ਕਿ ਉਹ ਸੇਫ ਹੈ। ਬਟ ਫਿਰ ਵੀ ਅਸੀਂ ਰਿਕਮੈਂਡ ਸਾਰਿਆਂ ਨੂੰ ਇਹੀ ਕਰਦੇ ਹਾਂ ਕਿ ਤੁਸੀਂ ਕੋਵਿਡ ਐਪਰੋਪਰੀਏਟ ਬਿਹੇਵੀਅਰ, ਜਿਵੇਂ ਕਿ ਹਾਈਜੀਨ, हैंड हाइजीन हो गया, कफ हाइजीन हो गया कि मास्क भी पा के रखना है। बाकी ये सारा असी पहले कहने कि ये फिर भी रखना है तुसीं। गल की जाए जो कोविड की वैक्सीन चाहे आ गई है, लेकिन प्रिकॉशनस का पूरी तरह ध्यान रखना, प्रिकॉशनस तो रखनिया पैनियां, प्रिकॉशनस रखनिया उन्होंने ताई असी कहने कि कोविड एप्रोप्रिएट बिहेवियर, ठीक है। हाँ जी,
ਤੁਹਾਨੂੰ ਵੈਕਸੀਨੇਸ਼ਨ ਰੂਮ ਦਿਖਾ ਦਿੰਨੇ ਆ। ਵੈਕਸੀਨੇਸ਼ਨ 'ਚ ਸਾਡੇ ਉੱਤੇ ਵੈਕਸੀਨੇਸ਼ਨ ਹੋ ਰਿਹਾ। ਪਹਿਲੇ ਵੈਰੀਫਿਕੇਸ਼ਨ ਹੋਏਗਾ, ਸਾਡਾ ਕੰਪਿਊਟਰ ਅਸਿਸਟੈਂਟ ਬੈਠਾ ਹੋਇਆ ਜਿਹੜਾ ਕੰਪਿਊਟਰ 'ਚ ਵੈਰੀਫਾਈ ਕਰੇਗਾ ਕਿ ਇਹ ਬੰਦਾ। ਮੰਨ ਲਓ ਕਿੰਨੇ ਟੋਟਲ ਕਿੰਨੀ ਵਾਰੀ ਲੱਗੇਗੀ ਇਹ ਜਿਹੜੀ 2 ਡੋਜ਼ਸ? ਹਾਂਜੀ 2 ਡੋਜ਼ਸ ਲੱਗਣੀਆਂ, 1 ਮਹੀਨੇ ਦੇ ਫਰਕ ਤੇ ਪੈ ਲੱਗਣੀਆਂ। ਮੈਡਮ ਉਸ ਤੋਂ ਬਾਅਦ ਫਿਰ ਟੋਟਲੀ ਬੰਦਾ ਫਿਰ ਠੀਕ ਰਹੇਗਾ? ਕੁਝ ਦੇਰ ਤੱਕ ਤਾਂ ਠੀਕ ਹੈ, ਹਜੇ ਤੱਕ ਇਹ ਨਹੀਂ ਆਇਆ ਕਿ ਕਿੰਨੀ ਦੇਰ ਤੱਕ, ਪਰ ਇੱਕ ਵਾਰੀ ਵੈਕਸੀਨੇਸ਼ਨ ਦਾ ਸਾਡੇ ਕੋਲ ਜਿਹੜੀ ਆਈਆਂ ਹੈ ਉਹਦੇ ਹਿਸਾਬ ਨਾਲ ਤਾਂ 2 ਵਾਰੀ ਲੱਗਣ ਤੋਂ 2 ਡੋਜ਼ਸ ਲੱਗਣ ਤੋਂ 2 ਹਫ਼ਤੇ ਬਾਅਦ ਬੰਦਾ ਸੇਫ ਹੈ। ਫਿਰ ਉਹ ਕੀ ਮਤਲਬ ਜਿਹੜੀ ਕਰੋਨਾ ਕੋਵਿਡ ਤੋਂ ਹੀ ਮਾਰ ਤੋਂ ਬਚ ਜਾਊਗਾ? ਦੇਖੋ ਵੈਕਸੀਨ ਤਾਂ ਇਹੀ ਕਹਿੰਦੀ ਹੈ ਕਿ ਬਚੇਗਾ, ਯਾਨੀ ਕਿ ਫਿਰ ਉਹਦੇ ਤੇ ਕੋਈ ਅਸਰ ਨਹੀਂ ਹੋਏਗਾ। ਅਸਰ ਨਹੀਂ। ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਤਾਂ ਫਿਰ ਵੀ ਰੱਖਣਾ ਹੀ ਹੈ, ਆਪਾਂ ਇਹ ਕਹਿੰਦੇ ਹਾਂ। ਹੁਣ ਹਰ ਵੈਕਸੀਨ ਤਾਂ 100% ਨਹੀਂ ਹੁੰਦੀ ਨਾ ਸੇਫ ਤਾਂ ਮਤਲਬ ਬਚਾਅ, ਬਟ ਆਪਾਂ ਜਿਵੇਂ ਪਹਿਲਾਂ ਜਦੋਂ ਲੋਕਾਂ ਦੀਆਂ ਮੌਤਾਂ ਹੋ ਗਈਆਂ ਨੇ ਇਸ ਮਤਲਬ ਭਿਆਨਕ ਬਿਮਾਰੀ ਨੂੰ ਲੈ ਕੇ ਆਪਾਂ ਕੀ ਗੱਲ ਕਰੀਏ, ਤੇ ਉਹਦੇ ਨਾਲ ਮੈਡਮ ਜਿੱਦਾਂ ਇਹ ਜਿਹੜੀ ਵੈਕਸੀਨ ਹੈ ਇਹਨੂੰ ਆਪਾਂ ਯੂਜ਼ ਕਰਨ ਤੋਂ ਬਾਅਦ ਉਹ ਜਾਨ ਤਾਂ ਬਚੇਗੀ ਨਾ, ਸੇਫ ਤਾਂ ਰਹੇਗਾ? ਹਾਂਜੀ, ਤਾਂ ਹੀ ਤਾਂ ਵੈਕਸੀਨ ਸ਼ੁਰੂ ਕਰਾ ਰਹੇ ਸਾਡੇ ਇੱਥੇ। ਸਭ ਤੋਂ ਪਹਿਲੇ ਡਾਇਰੈਕਟਰ ਪ੍ਰਿੰਸੀਪਲ ਸਾਡੇ ਲਗਵਾ ਰਹੇ, ਸੇਫ ਹੈ ਤਾਂ ਹੀ ਲਗਾ ਰਹੇ। ਸਭ ਤੋਂ ਪਹਿਲੇ ਉਹਨਾਂ ਤੋਂ ਸ਼ੁਰੂ ਹੋ ਰਿਹਾ ਕੱਲ ਵੈਕਸੀਨ, ਤੇ ਸੇਫ। ਇਸ ਸੰਬੰਧ ਦੇ ਵਿੱਚ ਸਾਡੇ ਨਾਲ ਡਾਕਟਰ ਗੁਰਸ਼ਾਨ ਸਿੰਘ ਜੀ ਮੌਜੂਦ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਜਿਵੇਂ ਵੈਕਸੀਨ ਦੀ ਗੱਲ ਕਰੀਏ, ਮਤਲਬ ਵੈਕਸੀਨ ਮਤਲਬ ਹਰੇਕ ਪਰਸਨ ਲਵਾ ਸਕਦਾ ਹੈ ਜਾਂ ਮਤਲਬ ਇਕੱਲੇ ਸਟਾਫ ਤੇ ਹੀ ਹੈ ਜਿਹੜਾ? ਇਹ ਪਹਿਲਾਂ ਇਸ ਲਈ ਹੈਲਥ ਕੇਅਰ ਵਰਕਰਸ ਤੇ ਫਰੰਟ ਲਾਈਨ ਵਰਕਰਸ ਨੂੰ ਲਾਇਆ ਜਾ ਰਿਹਾ ਕਿਉਂਕਿ ਇਹ ਜ਼ਿਆਦਾਤਰ ਇੱਕ ਜ਼ਿਆਦਾ ਕਾਮਨ ਲੋਕਾਂ ਵਿੱਚ ਇਹ ਵਿਚਰਦੇ ਨੇ। ਵੈਕਸੀਨ ਕਿਸੇ ਨੂੰ ਵੀ 18 ਸਾਲ ਤੋਂ ਉੱਤੇ ਇਹ ਲੱਗ ਸਕਦੀ ਆ। ਬਸ ਇਹ ਇੱਕ ਸਟੱਡੀ ਆ ਕਿ ਜਿਹੜੇ 'ਚ ਇਹ ਪ੍ਰੈਗਨੈਂਟ ਲੇਡੀਜ਼ ਤੇ ਲੈਕਟੇਟਿੰਗ ਵੂਮਨ ਜਿਹੜੇ ਦੁੱਧ ਪਿਆਉਂਦੀਆਂ ਮਾਵਾਂ ਨੇ ਜਾਂ ਗਰਭਵਤੀ ਮਾਵਾਂ, ਉਹ 'ਤੇ ਸਟੱਡੀ ਹੋਈ ਨਹੀਂ, ਤਾਂ ਹੀ ਉਹਨਾਂ ਨੂੰ ਇਹਦੇ 'ਚ ਇਨਕਲੂਡ ਨਹੀਂ ਕੀਤਾ ਕਿ ਬਾਕੀ 18 ਸਾਲ ਤੋਂ ਬਾਅਦ ਕਿਸ ਨੂੰ ਵੀ ਲੱਗ ਸਕਦੀ ਹੈ। ਯਾਨੀ ਕਿ ਜੇ ਪੂਰੀ ਤਰ੍ਹਾਂ ਖਤਰਾ ਟਲਿਆ ਨਹੀਂ ਹੈਗਾ ਇੱਕ ਤਰ੍ਹਾਂ, ਮਤਲਬ ਜਿਹੜੀ ਆਪਾਂ ਵੈਕਸੀਨ ਲਾਉਣ ਤੋਂ ਬਾਅਦ ਵੀ ਪ੍ਰੀਕਾਸ਼ਨਸ ਤਾਂ ਪੂਰੇ ਤਰ੍ਹਾਂ ਹੀ ਰੱਖਣੇ ਪੈਣੇ? ਬਿਲਕੁਲ ਬਿਲਕੁਲ ਜੀ। ਵੈਕਸੀਨ ਤਾਂ ਚਲੋ ਹੁਣ ਆਈ ਹੈ, ਇਹ ਤੋਂ ਪਹਿਲਾਂ ਸੋਲ ਹਥਿਆਰ ਹੀ ਪ੍ਰੀਕਾਸ਼ਨ ਹੀ ਨੇ। ਜਿਵੇਂ ਸੋਸ਼ਲ ਡਿਸਟੈਂਸਿੰਗ ਹੋ ਗਿਆ, ਮਾਸਕ ਦਾ ਪਾਉਣਾ, ਆਪਣਾ ਜਿਹੜਾ ਸੱਭਿਆਚਾਰ ਆ ਕਿ ਹੱਥ ਨਾ ਮਿਲਾਓ, ਸਤਿ ਸ੍ਰੀ ਅਕਾਲ ਕਰੋ, ਹੈ ਨਾ। ਅਤੇ ਕਿਵੇਂ ਅਸੀਂ ਜਦੋਂ ਛਿੱਕਣਾ ਖੰਘਣਾ ਕਿਵੇਂ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਵੀ, ਇਹ ਨਹੀਂ ਕਿ ਸਿਰਫ ਸਾਡਾ ਮਾਸਕ ਸਾਡਾ ਬਚਾਏ, ਲੋਕਾਂ ਦਾ ਵੀ ਬਚਾ। ਕਿਉਂਕਿ ਜ਼ਿਆਦਾਤਰ ਅਸੀਂ ਆਪਣੇ ਅੱਜ ਕੱਲ੍ਹ ਵਰਕ ਫਰੋਮ ਹੋਮ ਆ, ਘਰ 'ਚ ਹੀ ਰਹਿੰਦੇ ਆ, ਮਾਸਕ ਪਾ ਕੇ ਜੇ ਆਪਾਂ ਕਿਤੇ ਜਾਂਦੇ ਵੀ ਜ਼ਿਆਦਾਤਰ ਅਸੀਂ ਆਪਣੇ ਨਾਲ ਹੀ ਟਾਈਮ ਸਪੈਂਡ ਕਰਦੇ ਹਾਂ, ਅਤੇ ਉਹਨਾਂ ਦਾ ਜ਼ਿਆਦਾ ਬਚਾਅ ਵਾ, ਆਪਣਾ ਤਾਂ ਚਲੋ ਹੈਗਾ ਹੀ ਹੈਗਾ ਇਹਦੇ ਨਾਲ। ਇਹ ਜਿਹੜੀ ਹੁਣ ਤੱਕ ਵੈਕਸੀਨ ਆਪਣੇ ਕੋਲ ਪਹੁੰਚ ਗਈ ਆ, ਉਹ ਤਾਂ ਸਰ ਮਤਲਬ ਕਿੰਨੀ ਕੁ ਦੇਰ ਤੱਕ ਉਹਦਾ ਅਸਰ ਸ਼ੁਰੂ ਹੋ ਜਾਂਦਾ? ਇਹ ਦੇਖੋ ਜੀ, ਜਦੋਂ ਟੀਕਾ ਲੱਗਿਆ, ਪਹਿਲੀ ਡੋਜ਼ ਲੱਗੀ, ਜਿਵੇਂ ਪਹਿਲੀ ਡੋਜ਼ ਸਪੋਜ਼ ਅੱਜ ਲੱਗਦੀ ਆ ਤੁਹਾਨੂੰ, ਤਾਂ ਉਹਦੇ 2 ਤੋਂ 4 ਹਫ਼ਤੇ ਬਾਅਦ ਤੁਹਾਨੂੰ ਦੂਜੀ ਡੋਜ਼ ਲਵਾ ਲਓਗੇ। ਦੂਜੀ ਡੋਜ਼ ਤੇ 2 ਹਫ਼ਤੇ ਬਾਅਦ ਇਹ ਵੈਕਸੀਨ ਆਪਣਾ ਕੰਮ ਕਰਨਾ ਸ਼ੁਰੂ ਕਰ ਦੂਗੀ। ਜੇ ਜਿਹੜਾ ਬੰਦਾ ਆਲਰੇਡੀ ਇਨਫੈਕਟਡ ਆ ਤੇ ਉਹਨੂੰ ਫਿਰ ਉਹਦੇ ਲਈ ਕੀ ਮਤਲਬ ਉਹਨਾਂ ਨੂੰ ਰੁਕ ਕੇ ਲਵਾਉਣਾ ਚਾਹੀਦਾ ਜਾਂ ਮਤਲਬ? ਹਾਂਜੀ, ਜਿਹੜਾ ਵੀ ਇਹ ਡੋਜ਼, ਜਿਵੇਂ ਸਪੋਜ਼ ਇੱਕ ਕਰੋਨਾ ਦਾ ਡਾਇਗਨੋਜ਼ ਹੋ ਗਿਆ ਮਰੀਜ਼, ਉਹਨੂੰ ਐਗਜ਼ੈਕਟਲੀ 2 ਹਫ਼ਤੇ ਬਾਅਦ ਇਹ ਵੈਕਸੀਨ ਲਵਾ ਲੈਣੀ ਚਾਹੀਦੀ ਹੈ। ਮਿਨੀਮਮ 2 ਹਫ਼ਤੇ ਤਾਂ ਰੁਕਣਾ ਹੀ ਪੈਣਾ, ਉਹਦੇ ਬਾਅਦ ਉਹ ਵੀ ਐਲੀਜੀਬਲ ਹੈ ਵੈਕਸੀਨ ਲੈ ਕੇ, ਮਤਲਬ ਲਵਾਉਣ ਨੂੰ। ਸਰ ਸਾਨੂੰ ਥੋੜ੍ਹਾ ਜਿਹਾ ਆਪਣੇ ਇਹਨਾਂ ਬਾਰੇ ਦੱਸੋਗੇ ਕਿ ਜਿੱਦਾਂ ਮਤਲਬ ਉੱਧਰੋਂ ਮੈਸੇਜ ਆਉਂਦਾ ਹੈ, ਕਿਸੇ ਦੇ ਵੀ ਫੋਨ ਤੇ ਮੈਸੇਜ ਆਉਂਦਾ ਆ, ਉਹ ਮੈਸੇਜ ਆਉਣ ਤੋਂ ਪਹਿਲਾਂ ਹੈਂਡ ਵਾਸ਼ ਕਰੇਗਾ ਆਣ ਕੇ ਅੰਦਰ, ਤੇ ਫਿਰ ਦੂਸਰਾ ਟ੍ਰਾਇਲ ਜਿਹੜਾ ਮਤਲਬ ਜਿੱਥੇ ਵੈਕਸੀਨ ਲਗਾਈ ਜਾਊਗੀ ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਰੂਮ? ਬਿਲਕੁਲ ਆ ਜਾਓ। ਉਸ ਸੰਬੰਧ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਦੇ ਹਾਂ ਔਰ ਤੁਹਾਨੂੰ ਇੱਥੇ ਦੀਆਂ ਰੂਮ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ ਜਿੱਥੇ ਵੈਕਸੀਨ ਟੀਕਾ ਲੱਗੇਗਾ। ਉਹਦੀਆਂ ਅਸੀਂ ਤਸਵੀਰਾਂ ਦਿਖਾਉਂਦੇ ਹਾਂ ਕਿ ਕਿਵੇਂ ਆਣ ਕੇ ਆਪਣਾ ਰੈਫਰੈਂਸ ਡਾਕਟਰ ਤੱਕ ਪਹੁੰਚਾਏਗਾ, ਫਿਰ ਉਸ ਤੋਂ ਬਾਅਦ ਡਾਕਟਰ ਉਹਨੂੰ ਵੈਕਸੀਨ ਲਗਾ ਕੇ ਕਿੱਥੇ ਭੇਜੇਗਾ। ਅਸੀਂ ਉਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। जो भी पेशेंट का आइडेंटिटी कार्ड प्रूव्स हैं, वो पैन कार्ड हो, आधार कार्ड हो, हम वो वेरीफाई करेंगे, उनका एड्रेस रीवेरीफाई करेंगे जो भी उन्होंने रजिस्ट्रेशन में लिखवाया होगा, उस अकॉर्डिंग अगर वो सेम होगा तभी हम आगे फर्दर प्रोसीड करेंगे फॉर वैक्सीनेशन। सो यहाँ से हमारा वेरिफिकेशन होगा, उसके बाद हम फर्दर आगे वैक्सीनेशन के लिए भेजेंगे। OTP किमें कंफर्म करूँगे कि उसी रजिस्ट्रेटेड नंबर पे ही कंफर्म होगा, वो भी एक कोविन ऐप के थ्रू ही उनको कंफर्मेशन जाएगी कि हाँ भी ये वाली साइट पे आपको वैक्सीनेशन लगनी है। उस अकॉर्डिंग उनको वहाँ पे OTP जनरेट होगा, वो ऑटोमेटेड है, वो ऐप के थ्रू ही उनको जनरेट होगा। दैट इज़ नॉट डन बाय अस। बाकी वैक्सीनेशन ਇੱਥੇ ਇਹ ਉਹ ਜਗ੍ਹਾ ਆ ਜਿੱਥੇ ਉਹ ਮਤਲਬ ਪੇਸ਼ੈਂਟ ਨੂੰ ਵੈਕਸੀਨ ਲਗਾਈ ਜਾਊਗੀ। ਉਸ ਸੰਬੰਧ ਵਿੱਚ ਅਸੀਂ ਮੈਡਮ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਮ। ਓਕੇ, ਮੈਂ ਇੱਥੇ ਵੈਕਸੀਨ ਲਗਾਉਣ ਲਈ ਬੈਠੀ ਹੋਈ ਹਾਂ। ਮੈਂ ਜਿਹੜਾ ਪੇਸ਼ੈਂਟ ਆਉਂਦਾ ਇੱਥੇ ਬਿਠਾ ਕੇ ਉਹਨਾਂ ਨੂੰ ਵੈਕਸੀਨ ਲਗਾਉਣੀ ਹੈ। ਲੈਫਟ ਸਾਈਡ ਉਹਨਾਂ ਦੇ ਕੰਧੇ ਤੇ, ਮੋਢੇ ਤੇ, ਡੈਲਟੋਇਡ ਮਸਲ ਤੇ ਉਹਨੇ ਇੰਜੈਕਸ਼ਨ ਲਗਾਉਣਾ। ਮਤਲਬ ਇਹ ਜਿਹੜਾ ਇੰਜੈਕਸ਼ਨ ਲਾਉਣ ਦਾ ਟਾਈਮ ਹੈ, ਮਤਲਬ ਕਿੰਨੇ ਕੁ ਟਾਈਮ ਤੱਕ ਮਤਲਬ ਲੱਗ ਜਾਂਦਾ ਉਹਦੇ, ਜਾਂ ਔਰ ਕਿੰਨੀ ਕੁ ਟਾਈਮ ਉਹਨੂੰ ਵੇਟ ਕਰਨੀ ਪਊਗੀ?
ਇਸ ਕਮਰੇ ਦੇ ਵਿੱਚ ਪੇਸ਼ੈਂਟ ਨੂੰ 5 ਤੋਂ 10 ਮਿੰਟ ਦਾ ਟਾਈਮ ਲੱਗੇਗਾ ਕਿ ਇੰਜੈਕਸ਼ਨ ਲਗਾਉਣਾ ਹੈ, ਫਿਰ ਪਹਿਲਾਂ ਮੈਡਮ ਕੋਲ ਜਾਣਾ, ਫਿਰ ਇੱਧਰ ਆਉਣਾ ਹੈ। 10 ਮਿੰਟ ਤੱਕ ਦਾ ਟਾਈਮ ਇੱਥੇ ਉਹਨਾਂ ਦਾ ਲੱਗੇਗਾ। ਉਸ ਤੋਂ ਬਾਅਦ ਕਿਵੇਂ ਪਤਾ ਲੱਗੇਗਾ ਕਿ ਉਹ ਪੇਸ਼ੈਂਟ ਬਿਲਕੁਲ ਫਿੱਟ ਲੱਗ ਰਿਹਾ ਉਹਨੂੰ ਆਪਣੇ ਆਪ ਨੂੰ? ਉਹਨੂੰ ਅਸੀਂ ਥੋੜ੍ਹੀ ਦੇਰ ਲਈ ਘੱਟੋ ਘੱਟ ਉਹਨਾਂ ਨੂੰ 30 ਮਿੰਟ ਦੇ ਲਈ ਆਬਜ਼ਰਵੇਸ਼ਨ ਰੂਮ ਹੈ ਜਿੱਥੇ ਅਸੀਂ ਉਹਨਾਂ ਨੂੰ ਰੱਖਦੇ ਹਾਂ। ਉੱਥੇ ਸਾਡੇ ਸਿਸਟਰ ਨੇ, ਉੱਥੇ ਉਹਨਾਂ ਨੂੰ ਚੈੱਕ ਕਰਦੇ ਨੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਟਰੀਟ ਕਰਨਗੇ। ਕਿੱਦਾਂ ਦੀ ਪ੍ਰੋਬਲਮ ਆ ਸਕਦੀ ਹੈ ਮਤਲਬ ਪੇਸ਼ੈਂਟ ਨੂੰ? ਜਿੱਦਾਂ ਇੰਜੈਕਸ਼ਨ ਲੱਗਣ ਦੇ ਨਾਲ ਸਕਿਨ ਰੈੱਡ ਹੋ ਜਾਂਦੀ ਹੈ, ਜਾਂ ਕਿਸੇ ਨੂੰ ਘਬਰਾਹਟ ਵੀ ਹੋ ਸਕਦੀ ਹੈ। ਖਾਰਸ਼ ਦੀ ਪ੍ਰੋਬਲਮ ਹੋ ਸਕਦੀ ਆ, ਕੋਈ ਘਬਰਾਹਟ ਹੋ ਸਕਦੀ ਆ? ਹਾਂ, ਘਬਰਾਹਟ ਹੋ ਸਕਦੀ ਹੈ ਤੇ ਸਕਿਨ ਰੈੱਡ ਹੋ ਸਕਦੀ ਹੈ। ਫਿਰ ਉਸ ਦੇ ਵਿੱਚ ਜੇ ਇਦਾਂ ਦੀ ਕੋਈ ਮਤਲਬ ਕੋਈ ਕ੍ਰਿਟੀਕਲ ਪ੍ਰੋਬਲਮ ਤਾਂ ਨਹੀਂ ਨਾ ਆ ਸਕਦੀ? ਵੈਸੇ ਹੈ ਤਾਂ ਨਹੀਂ ਹੈ, ਪਰ ਅਗਰ ਕਿਸੇ ਨੂੰ ਆਉਂਦੀ ਹੈ ਤਾਂ ਸਾਡੇ ਡਾਕਟਰ ਇੱਥੇ ਅਵੇਲੇਬਲ ਨੇ। ਜੀ ਮੈਮ, ਇੱਥੇ ਜਿਹੜਾ ਰੂਮ ਬਣਾਇਆ ਹੋਇਆ ਹੈ ਇਹਦੇ ਵਿੱਚ ਜਿਵੇਂ ਵੈਕਸੀਨ ਲੱਗਣ ਤੋਂ ਬਾਅਦ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਆ, ਉਹਦੀ ਤੁਸੀਂ ਕਿਵੇਂ ਕੇਅਰ ਕਰਦੇ? ਮੇਰਾ ਨਾਮ ਮੋਨਿਕਾ ਹੈ ਔਰ ਮੈਂ ਇੱਥੇ ਐਜ਼ ਅ ਅਬਜ਼ਰਵਰ ਕੰਮ ਕਰ ਰਹੀ ਹਾਂ। ਔਰ ਜਦੋਂ ਵੈਕਸੀਨੇਟ ਹੋ ਕੇ ਪੇਸ਼ੈਂਟ ਮੇਰੇ ਕੋਲ ਆਏਗਾ ਤਾਂ 30 ਮਿੰਟਸ ਲਈ ਮੈਂ ਉਹਨਾਂ ਨੂੰ ਵੇਟ ਕਰਾਵਾਂਗੀ, ਔਰ ਇਨ ਬਿਟਵੀਨ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਦੇਖੂੰਗੀ ਔਰ ਅਬਜ਼ਰਵ ਕਰੂੰਗੀ। ਅਗਰ ਜ਼ਿਆਦਾ ਕੋਈ ਸਿਕਨੈਸ ਹੁੰਦੀ ਹੈ ਤਾਂ ਮੈਂ ਆਪਣੇ ਸੁਪਰਵਾਈਜ਼ਰਸ ਨੂੰ ਇਨਫੋਰਮ ਕਰੂੰਗੀ। ਪੂਰੀ ਟੀਮ ਇੱਥੇ ਅਵੇਲੇਬਲ ਹੈ, ਪੂਰਾ ਸਹੂਲਤ ਦਿੱਤੀ ਗਈ ਹੈ। ਹੁਣ ਤੱਕ ਜੇ ਗੱਲ ਕੀਤੀ ਜਾਵੇ ਉਹ ਕਿਹੜੀ ਪ੍ਰੋਬਲਮ ਇਦਾਂ ਦੀ ਹੋ ਸਕਦੀ ਹੈ? ਇੰਜੈਕਸ਼ਨ ਤੋਂ ਬਾਅਦ ਜੋ ਦੱਸਿਆ ਗਿਆ ਹੈ ਕਿ ਰੈਸ਼ਿਸ ਵਗੈਰਾ ਹੋ ਸਕਦੇ ਆ ਸਕਿਨ 'ਤੇ, ਘਬਰਾਹਟ ਵੀ ਹੋ ਸਕਦੀ ਹੈ, ਪੇਸ਼ੈਂਟ ਨੂੰ ਵੇਸੋਵੈਗਲ ਵਗੈਰਾ ਹੋ ਸਕਦਾ ਹੈ, ਤਾਂ ਉਹਦੇ ਲਈ ਪੂਰਾ ਇੰਤਜ਼ਾਮ ਸਾਡੇ ਇੱਥੇ ਕੀਤਾ ਗਿਆ ਹੈ। ਤੋ ਇਹ ਨਾਰਮਲ ਸਿੰਪਟਮਸ ਹੁੰਦੇ ਆ ਕਿਸੇ ਵੀ ਪੇਸ਼ੈਂਟ ਨੂੰ। ਕੋਈ ਵੀ ਇੰਜੈਕਸ਼ਨ ਪਹਿਲਾਂ ਵੀ ਜਿਹੜੇ ਆਏ ਆ ਜਿੱਦਾਂ ਤਾਂ ਨਾਰਮਲੀ ਹੁੰਦੇ ਆ, ਤਾਂ ਮਤਲਬ ਉਹਦਾ ਇਲਾਜ ਕੀਤਾ ਗਿਆ ਆ ਤੇ ਉਹਦਾ ਹੱਲ ਹੈਗਾ, ਤੇ ਇਸ ਵਾਸਤੇ ਵੀ ਆਪਣੇ ਇੱਥੇ ਵੀ ਇੰਤਜ਼ਾਮ ਹੈਗਾ। ਵੇਟ ਕਰਨ ਤੋਂ ਬਾਅਦ ਉਹ ਕਿੱਧਰੋਂ ਦੀ ਮਤਲਬ ਉਹਨੂੰ ਬਾਹਰ ਕਰੋਗੇ ਤੁਸੀਂ? ਇਸ ਤੋਂ ਬਾਅਦ ਅਲੱਗ ਤੋਂ ਐਗਜ਼ਿਟ ਏਰੀਆ ਬਣਾਇਆ ਗਿਆ ਸਾਡੇ ਲਈ। ਪੇਸ਼ੈਂਟ ਨੂੰ ਅਸੀਂ ਗਾਈਡ ਕਰਾਂਗੇ, ਪ੍ਰੋਪਰ ਬਾਹਰ ਤੱਕ ਜਾਣ ਵਾਸਤੇ ਹੈਲਪ ਕਰਾਂਗੇ। ਹਾਂਜੀ ਸਰ, ਕੀ ਨਾਮ ਆਪਣਾ? मैं डॉक्टर क्लैरेंस सैमुअल हूँ, कम्युनिटी मेडिसिन डिपार्टमेंट का प्रोफेसर हूँ, प्रिवेंटिव मेडिसिन का प्रोफेसर। ਜਿਵੇਂ ਮੰਨ ਲਓ ਪੂਰੇ ਪ੍ਰੀਕਾਸ਼ਨਸ ਨੂੰ ਲੈ ਕੇ, ਜਿਵੇਂ ਮੰਨ ਲਓ ਇੱਥੇ ਇੱਕ ਵੈਕਸੀਨ ਨੂੰ ਆਪਾਂ ਕੱਲ੍ਹ ਲਗਾ ਰਹੇ ਹਾਂ, ਉਹਦੇ ਲਈ ਸਰ ਮਤਲਬ ਹੋਰ ਕੀ ਇੰਤਜ਼ਾਮ ਕੀਤੇ? CMC में 16 टीम्स लगाए हैं, पर कल एक ही टीम शुरू करेंगे। मेन ये है कि जो हमारे स्टाफ है सबको ट्रेन किया गया है, यहाँ पर सारे इंतज़ाम हैं वैक्सीन लगाने के लिए। हमें वैक्सीन के जानकारी भी मिला है, स्टोरेज और ये सारे चीज़ के भी टीम्स बने हैं। अगर कुछ रिएक्शन होता है उसके लिए भी एक स्पेशल टीम है, पर हमें पता है कि अगर रिएक्शन होगा वो लाखों मिलियन में एक होगा या लाखों में एक होगा, पर उसके लिए भी सारी तैयारियां हैं। मेन ये है कि जो ये वैक्सीन है उसमें जो दर्द होता है, जो बाजू में दर्द होगा, थोड़ा सा सौजिश होगा, वो सारे हमें पता है कि नॉन साइड इफ़ेक्ट्स ऑफ दिस वैक्सीनेशन हमें पता है। ਕਿੰਨੀ ਕੁ ਦੇਰ ਹੋਊਗਾ ਸਰ ਜਿਹੜਾ ਦਰਦ ਰਹੇਗਾ? ਜਿੱਦਾਂ ਵੈਕਸੀਨ ਇੱਕ ਨਾਰਮਲ ਇੰਜੈਕਸ਼ਨ ਆਪਾਂ ਲਗਾਉਂਦੇ ਆ ਉਹਦਾ ਵੀ ਤਾਂ ਥੋੜਾ ਜਿਹਾ ਪੇਨ ਹੁੰਦਾ ਹੀ ਆ, ਇਹ ਉਹਦੇ ਨਾਲੋਂ ਕਿੰਨਾ ਕੁ ਡਿਫਰੈਂਟ ਹੁੰਦਾ? वो उससे ज़्यादा फ़र्क नहीं है, सेम ही होगा। एक दिन या दूसरे दिन तक दर्द होगा, एक बाजू में दर्द होगा, दूसरे दिन ठीक हो जाता है नॉर्मली। कुछ लोग हैं अगर ज़्यादा दर्द है तो सिर्फ जैसे हम DPT के टीके के साथ हम पैरासीटामोल देते हैं, ऐसे भी यहाँ पर अगर ज़्यादा दर्द है तो आप पैरासीटामोल खा सकते हैं, पर वो रेकमेंड जब डॉक्टर देंगे तभी वो आपको लेना है, वो बताएंगे कि लेना है या नहीं लेना। पर कोई बड़ा ये नहीं है अफवाह जो चल रहा है ना कि ये रिएक्शन होता है, ये वो होता है, वो नहीं है। ये सेफ़ वैक्सीन है। गवर्नमेंट ऑफ इंडिया ने पूरा बहुत ही अच्छी तरह से चेक करने के बाद कहा कि ये वैक्सीन इंडियन पब्लिक के लिए इस्तेमाल किया जा सकता है, लाइसेंस दिया है। तो शुरू करेंगे फ्रंटलाइन वर्कर्स, हेल्थ केयर वर्कर्स और हाई रिस्क इंडिविजुअल्स हैं। ਜਿਵੇਂ ਗੱਲ ਕੀਤੀ ਜਾਵੇ ਕਰੋਨਾ ਵੈਕਸੀਨ ਦੀ, ਬਹੁਤ ਜਾਣਿਆਂ ਦੇ ਮਨ ਦੇ ਵਿੱਚ ਇਹ ਵੀ ਆਉਂਦੀ ਹੋਊਗੀ ਗੱਲ ਕਿ ਕਰੋਨਾ ਦੀ ਵੈਕਸੀਨ ਆ ਗਈ ਆ, ਹੁਣ ਅਸੀਂ ਖਤਰੇ ਤੋਂ ਸੇਫ ਹਾਂ। ਲੇਕਿਨ ਦੋਸਤੋ, ਪੂਰੀ ਤਰ੍ਹਾਂ ਹਜੇ ਖਤਰਾ ਟਲਿਆ ਨਹੀਂ। ਪ੍ਰੀਕਾਸ਼ਨਸ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੋਏਗਾ
ਉਸ ਸੰਬੰਧ ਦੇ ਵਿੱਚ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਇਹ ਪੂਰੀ ਕਿੰਨੀ ਕੁ ਮਤਲਬ ਇਹਦੇ ਵਿੱਚ ਬੰਦਾ ਸੇਫ ਹੋ ਸਕਦਾ ਵੈਕਸੀਨ ਲਗਵਾਉਣ ਤੋਂ ਬਾਅਦ, ਔਰ ਕਿੰਨੀ ਕੁ ਸੇਫਟੀ ਉਹਨੂੰ ਮਿਲਦੀ ਹੈ, ਉਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਸਰ ਮਤਲਬ ਹੁਣ ਜਿਵੇਂ ਵੈਕਸੀਨ ਦੀ ਗੱਲ ਕੀਤੀ ਜਾਵੇ, ਬਹੁਤ ਲੋਕਾਂ ਦੇ ਮਨ ਦੇ ਵਿੱਚ ਹੁਣ ਇਹ ਖਿਆਲ ਆ ਰਹੇ ਹੋਣੇ ਆ ਕਿ ਕੋਰੋਨਾ ਦੀ ਤਾਂ ਦਵਾਈ ਆ ਗਈ, ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਹੈਗੀ, ਉਹਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ? जो ये वैक्सीन आए हैं, वैक्सीन का मतलब ये नहीं है कि कोरोना ख़त्म है। जब आपने वैक्सीन लगाए हैं उसके बाद भी आपको प्रिकॉशंस लेना है। कोविड रिस्ट्रिक्टिव बिहेवियर जो आपको कहना है उसको आपको लेना है। तो मेन ये है कि सहन शक्ति बनने के लिए दूसरा डोज तक आपको वेट करना है। दूसरा डोज के बाद आप कह सकते हैं कि हाँ मैं प्रोटेक्टेड हूँ। पर यह है कि अब आप देखिए कि जो वायरस है वो चेंज भी हो रहा है, वो बदल भी रहे हैं। तो प्रिकॉशंस अपनाना है सबको, मास्क पहनना है, हैंड वॉश करना है, ये सारी चीज़ ज़रूरी है। और कोरोना वैक्सीन और कोरोना इलाज वो अलग अलग चीज़ है। किसी को कोरोना हुआ है तो बहुत ज़्यादा तकलीफ़ हो जाता है, जो निमोनियाज होता है, ऑक्सीजन लगता है, कुछ लोगों के लिए बहुत ही ज़्यादा सीरियस हो जाता है। कोरोना वैक्सीन उससे बचने के लिए हम ले रहे हैं। पर अगर हम ये कहते हैं कि हाँ नहीं कुछ नहीं मैं देखता हूँ, फिर वो रिस्क हो जाता है। टीका लगाने के कम से कम 3 हफ्ते लगते हैं आपके एंटीबॉडीज़ बनने के लिए, और जो दूसरा टीका है कोविशील्ड का है वो 28 दिन पे लगते हैं, या भारत सीरम के जो कोवैक्सीन है वो 21 दिन पे लगेंगे। तो उसके लगने के बाद भी आपको वेट करना है आपके सहन शक्ति बनने के लिए। पर प्रिकॉशंस लेना ज़रूरी है। ਜਿਵੇਂ ਕੱਲ ਗੱਲ ਕੀਤੀ ਜਾਵੇ 16 ਤਰੀਕ ਦੀ, ਜਿਹੜੀ 16 ਜਨਵਰੀ ਨੂੰ ਕੱਲ ਮੰਨ ਲਓ ਇੱਥੇ ਟ੍ਰਾਇਲ ਸ਼ੁਰੂ ਹੋ ਰਹੇ ਨੇ, ਮਤਲਬ ਲੱਗਣੀ ਸ਼ੁਰੂ ਹੋ ਰਹੀ ਹੈ ਵੈਕਸੀਨ, ਤੇ ਉਹਦੇ ਵਾਸਤੇ ਸਰ ਮਤਲਬ ਹੋਰ ਕੀ ਆਪਾਂ ਨੂੰ ਮਤਲਬ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ, ਹੋਰ ਕੀ ਆਪਾਂ ਨੂੰ ਸੇਫਟੀ ਹੈ? ये ट्रायल नहीं है, ये ट्रायल नहीं है, ये लग रहा है वैक्सीन। ये वैक्सीन अप्रूव्ड वैक्सीन है, ये कोई शोध नहीं है, ये लाइसेंस्ड अप्रूव्ड वैक्सीन है, पर इस्तेमाल किया जा रहा है इमरजेंसी यूज़ पे। एंड ये है कि पहले लगेंगे हेल्थ केयर वर्कर्स और फ्रंटलाइन वर्कर्स और जो हाई रिस्क इंडिविजुअल्स है। ये लिस्ट बन के आएगा, ये सेंट्रली आई मीन स्टेट लेवल या डिस्ट्रिक्ट लेवल पे बन के आएगा। पर मेन ये है कि ये जो वैक्सीन है सरकार की ओर से सरकार खर्चा उठा रहा है। फ्री का मतलब ये नहीं है कि कोई नहीं पे कर रहा है, सरकार खर्चा उठा रहा है। और इस नहीं हमसे कोई चार्जेस नहीं लिया जाएंगे, पर ये सरकार की ओर से लग रहा है। तो भी ਸਟਾਫ ਵਾਸਤੇ ਫ੍ਰੀ ਹੈ ਜਾਂ ਸਾਰੇ ਪੀਪਲ ਵਾਸਤੇ, ਔਰ ਮੰਨ ਲਓ ਜਿੰਨੇ ਵੀ ਲੋਕ ਲਗਾਉਣਗੇ ਉਹਨਾਂ ਵਾਸਤੇ ਫ੍ਰੀ ਹੋਏ? अभी तो जो गाइडलाइन आए हैं ये जो फ्रंटलाइन वर्कर्स सब के लिए फ्री है। उसके बाद जो पॉलिसी आएंगे उसको हमें देखना पड़ेगा, पर एग्जैक्टली हम उसके बारे में बता नहीं सकते। ਇਹ ਸਨ ਇੱਥੇ CMC ਦੇ ਸਟਾਫ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਉਹ ਵੈਕਸੀਨ ਨੂੰ ਲੈ ਕੇ ਕੱਲ 16 ਤਰੀਕ ਨੂੰ ਲੱਗਣ ਜਾ ਰਹੀ ਆ, ਔਰ ਸਟਾਫ ਤੋਂ ਸਟਾਰਟਿੰਗ ਕੀਤੀ ਗਈ ਆ। ਹੋਰ ਵੀ ਅਸੀਂ ਤੁਹਾਨੂੰ ਤਸਵੀਰਾਂ ਕੱਲ ਦਿਖਾਵਾਂਗੇ ਇੱਥੇ ਦੀਆਂ। ਕੈਮਰਾਮੈਨ ਜਸਵਿੰਦਰ ਦੇ ਨਾਲ ਰਕੇਸ਼ ਦੀ ਰਿਪੋਰਟ।